इधर निकलो तुम इधर दे ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ ਸਨਮਾਨਯੋਗ ਗੁਰੂ ਪਿਆਰੇ ਖਾਲਸਾ ਸਮੂਹ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਿਆਰ ਵਿੱਚ ਜੁੜੀਏ, ਸਤਿਗੁਰੂ ਜੀ ਦੀ ਪਾਰ ਰਹਿਮਤ ਨੂੰ ਕਬੂਲੀਏ, ਹਾਜ਼ਰੀ ਲਵਾਈਏ। ਸਤਿਗੁਰੂ ਜੀ ਦੀ ਪਾਰ ਰਹਿਮਤ ਹੋਈ ਹੈ, ਪਿਆਰ ਨਾਲ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਜਸ ਪ੍ਰਭੂ ਭਗਤੀ ਕੀਰਤਨ ਦੁਆਰਾ ਆਪਾਂ ਸਰਵਣ ਕਰ ਰਹੇ ਸੀ। ਸਤਿਗੁਰੂ ਦੀ ਰਹਿਮਤ ਹੈ, ਸਤਿਗੁਰੂ ਜੀ ਦਾ ਤਰਸ ਹੈ ਇਸ ਮਨੁੱਖਾ ਜੀਵਨ ਦੇ ਪਾਰ ਉਤਾਰੇ ਲਈ। ਪ੍ਰਭੂ ਭਗਤੀ ਜੀਵਨ ਵਿੱਚ ਧਾਰਨ ਦਾ ਸੁਭਾਗ ਸਮਾਂ ਇਸ ਮਨੁੱਖਾ ਜੀਵਨ ਦੇ ਰਾਹੀਂ ਸਾਨੂੰ ਜੀਵਨ ਨੂੰ ਪ੍ਰਾਪਤ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੋਏ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ 817 ਅੰਕਿਤ ਸੁਭਾਏਮਾਨ, ਜਿਸ ਵਿੱਚੋਂ ਆਪਾਂ ਹੀਰੇ ਮੋਤੀ ਮਾਣਕ ਸ਼ੁਭ ਗੁਣਾਂ ਦੀ ਦਾਤ ਨੂੰ ਪ੍ਰਾਪਤ ਕਰਨਾ ਹੈ ਹੰਸ ਤੋਂ ਪਰਮਹੰਸ ਬਣ ਕੇ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ। ਰਸਨਾ ਨਾਲ ਪ੍ਰਭੂ ਦੀ ਵਡਿਆਈ ਨੂੰ ਗਣ ਕਰਨਾ ਹੈ ਤੇ ਸਰਵਣਾ ਦੇ ਨਾਲ ਉਸ ਵਡਿਆਈ ਨੂੰ ਛਕਣਾ ਹੈ। ਨੇਤਰਾਂ ਦੇ ਨਾਲ ਪ੍ਰਭੂ ਦੇ ਦਰ ਦੇ ਉੱਤੇ ਅਸੀਂ ਆ ਕੇ ਦਰਸ਼ਨ ਦੀਦਾਰ ਕਰਕੇ ਇਹਨਾਂ ਨੇਤਰਾਂ ਨੂੰ, ਇਹਨਾਂ ਸਰਵਣਾ ਨੂੰ, ਇਸ ਰਸਨਾ ਨੂੰ ਸੋਹਣਾ ਬਣਾਉਣਾ ਹੈ। ਸੁਰਤੀ ਕੈ ਮਾਰਗ ਚੱਲ ਕੇ ਸੁਰਤ ਨੂੰ, ਸ਼ਬਦ ਦਾ ਸੁਭਾਗ ਜਿਹੜਾ ਹੈ ਉਹ ਪ੍ਰਾਪਤ ਕਰਵਾਉਣਾ ਹੈ। ਅਰਹਾਉ ਦੇ ਬੰਦ ਦੀਆਂ ਪੰਗਤੀਆਂ ਨੂੰ ਆਪਾਂ ਨੇ ਵਿਚਾਰ ਲਿਆ ਹੈ। ਪਾਤਸ਼ਾਹ ਜੀ ਦਾ ਜੋ ਉਪਦੇਸ਼ ਹੈ ਉਹ ਜੀਵਨ ਵਿੱਚ ਜੇ ਆ ਵਸਿਆ ਨਾ, ਤੇ ਫਿਰ ਮੇਰੇ ਸਾਹਿਬ ਦਾ ਫਰਮਾਨ ਹੈ ਕਿ ਹਰ ਕਾ ਸੇਵਕ ਸੋ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਸ ਮਨੁੱਖਾ ਦੇਹ ਸਰੀਰ ਦਾ ਜਿਹੜਾ ਇੱਕ ਹਿੱਸਾ ਅਸੀਂ ਵੱਖਰਾ ਰੱਬ ਨਾਲੋਂ ਸਮਝੀ ਬੈਠੇ ਹਾਂ, ਉਹ ਰੱਬ ਸਰੂਪ ਹੀ ਹੋ ਜਾਵੇਗਾ। ਜਿਨ੍ਹਾਂ ਨਾ ਵਿਸਰੇ ਨਾਮ ਸੇਕ ਕਨੇਹਾ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਰੱਬ ਵਿੱਚ ਤੇ ਮਨੁੱਖ ਵਿੱਚ ਕੋਈ ਅੰਤਰ ਨਹੀਂ ਰਹਿ ਜਾਏਗਾ। ਜਦੋਂ ਪ੍ਰਭੂ ਭਗਤੀ ਰੱਬ ਦੀ ਕਰਕੇ ਰੱਬ ਵਾਲੇ ਸ਼ੁਭ ਗੁਣ ਇਸ ਜੀਵ ਨੂੰ ਮਿਲ ਗਏ, ਇਸ ਨੇ ਪ੍ਰਾਪਤ ਕਰ ਲਏ, ਇਸ ਦੀ ਮਿਹਨਤ ਦਾ ਫਲ ਇਹਨੂੰ ਮਿਲੇਗਾ। ਸੱਚ ਨਾਲ ਜੁੜ ਗਿਆ।
ਮੇਰੇ ਮਾਲਕ ਸਾਹਿਬ ਜੀ ਨੇ ਪਾਵਨ ਬੋਲਾਂ ਦੇ ਰਾਹੀਂ ਫਰਮਾਉਣਾ ਕੀਤਾ ਹੈ ਕਿ ਮੈਂ ਆਪਣੇ ਦੁੱਖ ਦਾ ਦਾਰੂ ਹੁਣ ਲੱਭ ਲਿਆ ਏ, ਜਿਸ ਦੁੱਖ ਦੇ ਕਾਰਨ ਕਰਕੇ ਮੈਂ ਬਹੁਤ ਤੜਪ ਰਿਹਾ ਸੀ। ਮਾਨਸਿਕ ਰੋਗੀ ਸੀ ਤੇ ਸਰੀਰਕ ਰੋਗੀ ਸੀ, ਤੇ ਇਸ ਤੋਂ ਅੱਗੇ ਵਧੇਕ ਹੋਰ ਰੋਗ ਜਿਹੜੇ ਨੇ ਇਹਨਾਂ ਰੋਗਾਂ ਦਾ ਕਾਰਨ ਕਰਕੇ ਵਧੇ ਹੋਏ ਸੀ। ਜੀਵਨ ਵਿੱਚ ਸ਼ਾਂਤੀ ਕਿਤੇ ਨਹੀਂ ਸੀ, ਕਿਤੇ ਮੈਂ ਕੰਫਿਊਜ਼ਨ ਦੇ ਵਿੱਚ ਸਾਂ। ਮੇਰਾ ਮਨ ਜਿਹੜਾ ਆ ਘਰ ਪਰਿਵਾਰ ਵਿੱਚ ਵੀ ਸ਼ਾਂਤ ਨਹੀਂ ਸੀ, ਅਸ਼ਾਂਤ ਸੀ, ਨਹੀਂ ਸੀ ਲੱਗਦਾ। ਬਾਹਰ ਜਾਂਦਾ ਸਾਂ ਧਰਮ ਸਥਾਨਾਂ ਤੇ, ਉੱਥੇ ਵੀ ਮਨ ਨਹੀਂ ਸੀ ਟਿਕਦਾ। ਦੁਖੀ ਸਾਂ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ। ਸਰੀਰਕ ਤੌਰ ਤੇ ਮੈਂ ਜੀਵਨ ਦੇ ਤਲ ਤੋਂ ਹੀ ਦੁਖੀ ਹੋਇਆ ਮਹਿਸੂਸ ਕਰਦਾ ਹੈ ਕਿ ਮੇਰਾ ਅੰਦਰ ਸ਼ਾਂਤੀ ਨਹੀਂ ਸੀ ਤੇ ਮੈਂ ਬਾਹਰੋਂ ਵੀ ਦੁਖੀ ਸੀ। ਆਪਾਂ ਜੀਵਨ ਵਿੱਚ ਝਾਤ ਮਾਰੀਏ, ਜਿਹੜਾ ਮਨੁੱਖ ਅੰਦਰੋਂ ਕਿਸੇ ਕਾਰਨ ਕਰਕੇ ਰੋਗੀ ਹੋ ਜਾਂਦਾ ਹੈ, ਉਹਨੂੰ ਸੰਸਾਰ ਦਾ ਕੋਈ ਵੀ ਇਨਸਾਨ ਜਾਂ ਕੋਈ ਸੋਹਣੀ ਚੀਜ਼ ਜਿਹੜੀ ਆ ਉਹ ਵੀ ਸੋਹਣੀ ਨਹੀਂ ਲੱਗਦੀ। ਕੁਛ ਚੰਗਾ ਸੁਣਨ ਨੂੰ ਨਹੀਂ ਲੱਗਦਾ, ਕੁਛ ਚੰਗਾ ਵੇਖਣ ਨੂੰ ਨਹੀਂ ਲੱਗਦਾ। ਉਹ ਉਕਸਾਇਆ ਅੰਦਰੋਂ ਹੈ, ਦੁਖੀ ਅੰਦਰੋਂ ਹੈ। ਮੇਰੇ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ ਕਿ ਮਨੁੱਖ ਦੁਖੀ ਹੋਇਆ ਸੁਖੀ ਹੋ ਸਕਦਾ ਹੈ ਤੇ ਸੁਖੀ ਹੋ ਜੀਵਨ ਨੂੰ ਦੁੱਖਾਂ ਦੇ ਵਿੱਚ ਪਾ ਸਕਦਾ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਵੇ। ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਐਸੇ ਧਨਾੜ ਲੋਕ ਨੇ, ਬਾਹਰਲੇ ਪੱਖ ਤੋਂ ਬੜੇ ਸੁੰਦਰ ਨੇ, ਬੜੇ ਸੌਖੇ ਨੇ, ਬਹੁਤ ਵੱਡੀਆਂ ਦਾਤਾਂ ਪਾਰ ਬ੍ਰਹਮ ਪਰਮੇਸ਼ਰ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਹੈ, ਪਰ ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਨਹੀਂ ਵੇਖੀ ਜਾਂਦੀ, ਕਿਉਂਕਿ ਉਹ ਅੰਦਰੋਂ ਜਿਸ ਚੀਜ਼ ਨੇ, ਜਿਸ ਸ਼ੁਭ ਕਰਮ ਨੇ ਉਹਨਾਂ ਨੂੰ ਅੰਦਰੋਂ ਸ਼ਾਂਤ ਕਰਨਾ ਸੀ, ਉਸ ਬੰਨੇ ਨਹੀਂ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਰੋਲ ਕਚੋਲਾ। ਸੁਖੀ ਬੰਦਾ ਦੁੱਖਾਂ ਵਿੱਚ ਜਾ ਪੈਂਦਾ ਹੈ ਤੇ ਦੁਖੀ ਬੰਦਾ ਸੁਖ ਪ੍ਰਾਪਤ ਕਰ ਲੈਂਦਾ ਹੈ। ਜਿਤਨਾ ਚਿਰ ਪ੍ਰਭੂ ਭਗਤੀ ਦਾ ਇਸ ਨੂੰ ਪਤਾ ਨਹੀਂ ਲੱਗਦਾ, ਮਾਨਸਿਕ ਤੇ ਸਰੀਰਕ ਰੋਗਾਂ ਦਾ, ਉਤਨਾ ਚਿਰ ਇਸ ਦੇ ਜੀਵਨ ਵਿੱਚੋਂ ਇਸੀ ਆਤਮਾ ਦੇ ਨਾਲ ਉਹ ਸੰਬੰਧ ਨਹੀਂ ਟੁੱਟਦਾ, ਉਹਨਾਂ ਰੋਗਾਂ ਦਾ ਜਿਨ੍ਹਾਂ ਦਾ ਕਰਕੇ ਇਹ ਅੰਦਰੋਂ ਦੁਖੀ ਹੈ। ਬਾਹਰੋਂ ਇਸ ਦਾ ਜੋ ਵੇਖਣ ਵਾਲਾ, ਸਾਡੇ ਸਮਾਜ ਦੇ ਅੰਦਰ ਅਸੀਂ ਇਸ ਨੂੰ ਵੇਖਦੇ ਹਾਂ ਕਿ ਇਹ ਬੜਾ ਸਤਿਕਾਰ ਹੈ, ਬੜਾ ਧਨਾੜ ਹੈ, ਬੜਾ ਮਹਾਨ ਹੈ, ਇਸ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ, ਇਹ ਬਹੁਤ ਸੁਖੀ ਹੈ। ਤੇ ਆਮ ਲੋਕ, ਆਮ ਸੰਸਾਰ ਦੇ ਲੋਕ ਉਸ ਵਰਗਾ ਬਣਨਾ ਚਾਹੁੰਦੇ ਨੇ, ਉਸ ਦਾ ਨੇੜਾ ਵੀ ਤੱਕਦੇ। ਕਿਸ ਦੇ ਨੇੜੇ ਲੱਗਣ ਕਾਰਨ ਕਰਕੇ ਅਸੀਂ ਵੀ ਸੁਖੀ ਹੋ ਜਾਈਏ, ਪਰ ਉਹ ਪਹਿਲਾਂ ਇਤਨਾ ਦੁਖੀ ਹੈ, ਉਸ ਦੇ ਅੰਦਰ ਦੁੱਖਾਂ ਦੀ ਇਤਨੀ ਕੜਤਣ ਹੈ, ਇਤਨੀ ਦਰਦ ਹੈ ਕਿ ਉਹ ਕਿਸੇ ਨੂੰ ਵੇਖਣਾ ਵੀ ਨਹੀਂ ਚਾਹੁੰਦਾ। ਉਹਦੀ ਅੰਦਰਲੀ ਖੇਡ ਵਿਗੜੀ ਹੋਈ ਹੈ। ਦੁੱਖ ਦਾਰੂ, ਦੁੱਖ ਦਾ ਦਾਰੂ ਮੇਰੇ ਸਾਹਿਬ ਆਖਦੇ ਨੇ ਹੁਣ ਅਸੀਂ ਲੱਭ ਲਿਆਏ, ਜਿਨ੍ਹਾਂ ਕਾਰਨਾਂ ਕਰਕੇ ਬਹੁਤ ਤਾਤ ਦੇ ਵਿੱਚ ਸੰਸਾਰ ਦੁਖੀ ਹੈ ਤੇ ਅਸੀਂ ਵੀ ਦੁਖੀ ਸਾਂ। ਸਾਨੂੰ ਹੁਣ ਉਹ ਕਾਰਨ ਲੱਭ ਲਿਆ। ਇਹ ਕਾਰਨ ਪਾਤਸ਼ਾਹ ਸਾਹਿਬ ਸਾਨੂੰ ਸਮਝਾਉਂਦੇ ਨੇ, ਅਸੀਂ ਅੰਦਰ ਝਾਤ ਮਾਰਨੇ ਹਾਂ। ਵਾਹਿਗੁਰੂ ਦਾ ਦਿੱਤਾ ਹੋਇਆ ਸਭ ਕੁਝ ਮਨੁੱਖ ਦੇ ਕੋਲ ਹੈ, ਪਰ ਇਹ ਕਿਉਂ ਦੁਖੀ ਕਿਉਂ ਹੈ, ਇਤਨੀ ਕੜਤਨ ਕਿਉਂ ਹੈ, ਇਤਨਾ ਗੁੱਸਾ ਕਿਉਂ ਹੈ, ਇਤਨਾ ਇਸ ਦਾ ਸੁਭਾਅ ਬੜਬੋਲਾ ਕਿਉਂ ਹੈ, ਕਿਸੇ ਦੀ ਗੱਲ ਸੁਣਨ ਨੂੰ ਤਿਆਰ ਕੋਈ ਨਹੀਂ। ਆਪਣਾ ਬਹੁਤ ਰੋਲ ਘਚੋਲਾ ਇਸ ਨੇ ਬਹੁਤ ਜ਼ਿਆਦਾ ਰੌਲਾ ਪਾਇਆ ਹੈ। ਮਾਇਆ ਕੋਲ ਹੈ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪ੍ਰਮੰਤਾ, ਦੋਨੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀ। ਜ਼ਿੰਦਗੀ ਦਾ ਜਿਹੜਾ ਸਹੀ ਤਰੀਕਾ ਹੈ ਉਹ ਇੱਥੇ ਹੈ। ਜੇ ਮਾਇਆ ਹੈ
ਤਾਂ ਵੀ ਸਿਮਰਨ, ਜੇ ਨਹੀਂ ਕੋਲ ਤਾਂ ਵੀ ਸਿਮਰਨ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਬਨ ਗੋਬਿੰਦ ਗੁਣ ਸੁਨੋ। ਹਰ ਗਾਓ ਰਸਨਾ ਗੀਤ, ਰਸਨਾ ਨਾਲ ਗੀਤ ਗਾਉਣ ਤੋਂ ਬਿਨਾਂ, ਸਰਵਣਾ ਦੇ ਰਾਹੀਂ ਸਰਵਣ ਕਰਨ ਤੋਂ ਬਿਨਾਂ ਨਾ ਮਨੁੱਖ ਅੰਦਰੋਂ ਸ਼ਾਂਤ ਹੋ ਸਕਦਾ ਹੈ, ਨਾ ਮਨੁੱਖ ਬਾਹਰੋਂ ਸ਼ਾਂਤ ਹੋ ਸਕਦਾ ਹੈ। ਅਵਰੋ ਪਾਵ ਸਭ ਤਿਆਗਿਆ, ਹੁਣ ਮੈਂ ਤਿਆਗ ਦਿੱਤਾ, ਮੈਨੂੰ ਸਮਝ ਪੈ ਗਈ ਹੈ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਨੂੰ, ਵਿਚਾਰ ਨੂੰ ਆਪਾਂ ਅੱਗੇ ਵਿਚਾਰੀਏ। ਇਹ ਸਾਰਾ ਕਾਰਨ ਮੇਰੇ ਪਾਤਸ਼ਾਹ ਬਣਿਆ ਕਿਵੇਂ, ਕਿ ਮੈਨੂੰ ਸਮਝ ਕਿਵੇਂ ਆਈ ਕਿ ਮੈਂ ਆਪਣੇ ਆਪ ਆਪਣੇ ਦੁੱਖਾਂ ਦਾ ਇਲਾਜ ਕਿਵੇਂ ਕਰਨਾ ਸ਼ੁਰੂ ਕੀਤਾ, ਤੇ ਮੇਰਾ ਤਨ ਮਨ ਜਿਹੜਾ ਉਹ ਸ਼ਾਂਤ ਹੋ ਗਿਆ। ਤਨ ਮਨ ਹੋਏ ਨਿਹਾਲ, ਜਾਂਗੋ ਦੇਖਾਂ ਸਾਹਮਣੇ। ਹੁਣ ਮੈਂ ਸਾਹਮਣੇ ਪਰਮਾਤਮਾ ਵੇਖਦਾ ਹਾਂ ਕਿ ਜਿੰਨੀ ਕਿਰਪਾ ਮੇਰੇ ਤੇ ਹੋਈ ਹੈ, ਪ੍ਰਭੂ ਦੇ ਸਿਮਰਨ ਦੁਆਰਾ ਹੋਈ ਹੈ, ਤੇ ਇਹਦਾ ਇਲਾਜ ਮੈਂ ਆਪ ਕੀਤਾ ਹੈ। ਉਦਮ ਕਰਿੰਦੇ ਹਾਂ ਜਿਉ ਤੂੰ ਕਮਾਵੰਦੇ ਆਂ, ਸੁਖ ਪੁੰਜ। ਮੈਂ ਹੁਣ ਸੁਖੀ ਹਾਂ। ਮੈਂ ਆਪਣੀ ਬਾਂਹ ਜਿਹੜੀ ਹੈ ਉਹ ਰੱਬ ਨੂੰ ਫੜਾ ਦਿੱਤੀ ਹੈ। ਮੇਰੀ ਰੱਬ ਨੇ ਬਾਂਹ ਫੜ ਲਈ ਹੈ। ਪਰਮੇਸ਼ਰ ਦਾ ਇੱਕ ਸੁਭਾਅ ਹੈ, ਉਹ ਆਪਣੇ ਪੁਰਾਤਨ ਸੁਭਾਅ ਦੇ ਨਾਲ ਜੁੜਿਆ ਹੋਇਆ ਹੈ। ਮਨੁੱਖ ਦਾ ਸੁਭਾਅ ਜਿਹੜਾ ਹੈ ਉਹ ਬਦਲਦਾ ਹੈ। ਸਵੇਰੇ ਕੁਛ ਹੋਰ ਹੈ, ਸੰਧਿਆ ਦੇ ਸਮੇਂ ਕੁਛ ਹੋਰ ਹੈ। ਕਬਹੂ ਜੀੜਾ ਉਹ ਬਚੜਤ ਹੈ, ਕਬਹੂ ਜਾਏ ਪਿਆਲੇ, ਕਬਹੂ ਜੀੜਾ ਥਿਰ ਨਾ ਰਹਿਤ ਹੈ, ਕਬਹੂ ਚਾਰੇ ਕੁੰਨਾ। ਟਿਕਦਾ ਨਹੀਂ ਹੈ। ਥੋੜਾ ਜਿਹਾ ਸਮਾਂ ਜੇ ਟਿਕਦਾ ਤੇ ਇਸ ਦੀ ਸੁਰਤ ਬਹੁਤ ਜ਼ਿਆਦੀ ਦੂਰੀ ਬਣਾ ਲੈਂਦੀ ਆ ਉਸ ਮਕਾਮ ਤੋਂ ਜਿੱਥੇ ਇਹਨੇ ਆਪਣਾ ਤਸਰੀਫ ਸਰੀਰ ਰੱਖਿਆ ਹੁੰਦਾ ਹੈ। ਸਾਹਿਬਾਂ ਦਾ ਫਰਮਾਨ ਹੈ, ਬਾਹਾਂ ਪਕੜ ਪ੍ਰਭ ਕਾਢਿਆ, ਕੀਨਾ ਅਪਣਿਆ। ਮੈਂ ਬਾਂਹ ਫੜਾਈ ਹੈ, ਮੇਰੀ ਬਾਂਹ ਪ੍ਰਮਾਤਮਾ ਨੇ ਹੁਣ ਫੜ ਲਈ ਹੈ, ਆਪਣਾ ਬਣਾ ਲਿਆ। ਆਪਣਾ ਪੁਰਾਣੇ ਸੁਭਾਅ ਦੇ ਮੁਤਾਬਕ ਪਰਮੇਸ਼ਰ ਨੇ ਆਪਣੇ ਸੁਭਾਅ ਦੇ ਨਾਲ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣਾ ਬਣਾ ਲਿਆ। ਜੋ ਸ਼ਰਨ ਆਵੇ ਤਿਸ ਕੰਠ ਲਾਭੈ, ਇਹ ਬਿਰਧ ਸੁਆਮੀ ਸੰਦਾ। ਬਿਰਧ ਮੈਨੂੰ ਸਮਝ ਪੈ ਗਈ ਹੈ ਕਿ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਸੁੱਖ ਜਿਹੜਾ ਹੈ ਬੰਦੇ ਨੂੰ ਸੋਹਣਾ ਨਹੀਂ ਬਣਾ ਸਕਦਾ, ਬੰਦੇ ਨੂੰ, ਇਸ ਜੀਵ ਨੂੰ ਅੰਦਰੋਂ ਔਰ ਬਾਹਰੋਂ ਆਨੰਦ ਨਹੀਂ ਮਿਲ ਸਕਦਾ ਜਿੰਨਾ ਚਿਰ ਤੇਰੀ ਸ਼ਰਨ ਵਿੱਚ ਨਹੀਂ ਆਉਂਦਾ। ਥੋੜਾ ਜਿਹਾ ਆਪਾਂ ਧਿਆਨ ਫਿਰ ਉਹ ਸੰਸਾਰ ਦੇ ਲੋਕਾਂ ਵੱਲ ਰਹਿ ਕੇ ਚੱਲੀਏ ਕਿ ਜਿਨ੍ਹਾਂ ਦੇ ਕੋਲ ਬਹੁਤ ਕੁਛ ਹੈ, ਬੜਿਆਂ ਉੱਚੀਆਂ ਅਹੁਦਿਆਂ ਤੇ ਬੈਠੇ ਨੇ, ਬਹੁਤਾ ਜ਼ਿਆਦਾ ਕੁਛ ਹੈ। ਜਿਵੇਂ ਪਰਮਾਤਮਾ ਦੀ ਅਕਥ ਕਥਾ ਵਡਿਆਈ ਨਹੀਂ ਕੀਤੀ ਜਾਂਦੀ, ਉਹਨਾਂ ਦੇ ਵੀ ਸਾਜੋ ਸਮਾਨ ਦੀ, ਉਹਨਾਂ ਦੇ ਅਧਿਕਾਰਾਂ ਦੀ ਵੀ ਗੱਲ ਨਹੀਂ ਕਥੀ ਜਾਂਦੀ। ਅੱਜ ਅਸੀਂ ਸਮਾਜ ਦੇ ਅੰਦਰ ਵੇਖ ਸਕਦੇ ਹਾਂ ਔਰ ਵੇਖ ਰਹੇ ਹਾਂ, ਤੇ ਬਹੁਤ ਸਮੇਂ ਤੋਂ ਵੇਖਦੇ ਆ ਰਹੇ ਹਾਂ। ਮੇਰਾ ਧਿਆਨ ਬਹੁਤਾਤ ਵਿੱਚ ਵਿਚਾਰ ਦੇ ਅੰਦਰ ਚਲੇ ਗਿਆ। ਆਪਾਂ ਥੋੜਾ ਜਿਹਾ ਧਿਆਨ ਜਿਨ੍ਹਾਂ ਦੇ ਬਾਬਤ ਗੁਰੂ ਦੇ ਅੱਗੇ ਹਰ ਰੋਜ਼ ਅਰਦਾਸ ਹੁੰਦੀ ਹੈ, ਦਿੱਲੀ ਕਿਸਾਨ ਮੋਰਚੇ ਦੇ ਵਿੱਚ ਸਤਿਗੁਰੂ ਜੀ ਸਿੱਖ ਸੰਗਤਾਂ ਨੂੰ, ਕਿਸਾਨਾਂ ਨੂੰ ਸਫਲਤਾ ਮਿਲੇ। ਕਿਸਾਨਾਂ ਨੂੰ ਇੱਕ ਆਦਮੀ ਦੀ ਹਕੂਮਤ ਤੇ ਥੱਲੇ ਉਸ ਦੀ ਪ੍ਰਜਾ ਜਿਹੜੀ ਹੈ, ਜਿਹੜੀ ਕਿਰਤ ਕਰਨ ਵਾਲੇ ਲੋਕ ਨੇ, ਉਹ ਠੰਡ ਦੇ ਮੌਸਮ ਵਿੱਚ ਰੁੜ ਰਹੇ ਨੇ।
ਉਹ ਇੱਕ ਆਦਮੀ ਮਾਇਆ ਧਾਰੀ ਅਤ ਅੰਨਾ ਬੋਲਾ, ਅੰਨਾ ਵੀ ਹੈ ਤੇ ਬੋਲਾ ਵੀ ਹੈ। ਮੂਰਖਤਾ ਦੇ ਘਰ ਵਿੱਚ ਉਤਰਿਆ ਹੋਇਆ ਹੈ। ਇਤਨਾ ਬੇਦਰਦ ਇੱਕ ਇਨਸਾਨ ਹੋ ਕੇ ਬਹੁਤਿਆਂ ਜ਼ਿਆਦਿਆਂ ਲੋਕਾਂ ਦੀ ਦਰਦ ਨੂੰ ਉਹ ਸਮਝ ਨਹੀਂ ਰਿਹਾ। ਅੰਨਾ ਵੀ ਹੈ, ਅੰਨਾ ਸੁਰਤ ਕਰਕੇ, ਖਿਆਲ ਕਰਕੇ, ਵਿਚਾਰ ਕਰਕੇ, ਜੀਵਨ ਕਰਕੇ, कर्म करके, माड़ी सोच करके। ऐसे कल आई कुत्ते मोही, खाज हुआ मुर्दार गुसाई, राजे पाप कमाम दे उल्टी वाड़ खेत को खाई। भावना सोच भाई गुरदास जी बचना दे राही समझाउंदे ने कि ऐसे लोगों की जिहड़ी भावना है, जिहड़ी सोच है, वो कुत्ते वर्गी बन गई। वो पाप कर्म करन दे उत्ते उतर आए, उन्हें रब तो दूरी बनाई। ऐसे संसार अंदर उस समय और उस समय तो बीते समय तो भी पहला हमेशा संसार के अंदर ऐसे लोगों की गिनती आई है। गुरु नानक साहब जी नूं भी बाबर दे बाबत कुछ ऐसा कहना पिया कि तैनूं तरस नहीं आया। ये दो पक्ष विचारे गए ने विचारवारना वालों। इति मार पई कर लाने तैं की दर्द ना आया। ये बाबर नूं भी सुबोध कहते परमात्मा नूं भी है। हे वाहिगुरू दुनिया दे मालिक, तैनूं भी तरस नहीं आया। तेरे बनाए हुए बाबर नूं भी तरस नहीं आया। इतना जुल्म, नन्निया बच्चियां नूं लत्तां तो पकड़ के इस बाबर की सैना ने कंधां नाल मार मार के मार दिता। की कसूर सी इन्हां दा? लिबड़ियां होईयां खून दे नाल उस वेले मजलूमां दे खून नाल कंधां नूं वेख के गुरु नानक साहब जी नूं भी करला के गल कहनी पई कि तैनूं तरस नहीं आया। अज तुसीं और असीं सारे वेख रहे हां, अज वो बाबर वाला रूप धारण करके वो जिस दिल्ली के तखत तो कदे किसी को न्याय नहीं मिलिया, अज उत्थे भी न्याय की गुहार ला रहे ने। कौन ने? किरती लोग कि साडे तो साडी किरत ना खोही जाए, साडे तो साडा धंधा ना खोया जाए। असीं किरत करन वाले लोग किरती मजदूर हैं। असीं इस देश नूं चलाउण वास्ते वो बच्चे पैदा कीते है जिहड़े बॉर्डरां दे उत्ते जाके इस देश की राखी ठंड विच गर्मी विच कर रहे ने, शहीदियां पा रहे ने, मर रहे ने। साडे बच्चियां दा करके, साडी किरत दा करके ऐ सरकारे सानूं ऐ दुख ना दे, सानूं घर तो बेघर ना कर, उजाड़ना। बाबर दे राज नूं अज असीं दिल्ली तक वेख सकते हैं। मेरे मालिक कहंदे ने ऐसे दुखां तो छुटकारा पाउण वास्ते जगत नूं नाम जपना चाहिदा सी, परमेश्वर नूं नाम जपना चाहिदा सी। गरीब तो लैके अमीर तक जे किते ऐसे मनुखां ने जिहड़े आदम खोर ले, जिन्हां दे अंदर दर्द ने दूसरे वास्ते, जे किते इन्हां ने गुरु दे सिद्धांत नूं जाणिया हुंदा, अज ये लोग कदे ऐसा धक्का ना करदे। राजे पाप कमाम दे उल्टी वाड़ खेत को खाई, ना पाप करदे वाड़ बन के रहिंदे, खेत दा नुकसान नहीं सी होना, संसार सुखी बसना सी। गुरपूरा आराध्या सगला दुख गया, जिस मनुख ने भी पूरे पार ब्रह्म परमेश्वर वाहिगुरू नूं आराध्या है, ਉਹਦੇ अंदरों सारा ही दुख चले गया। सारा दुख की है? दुख का कारण की है?
ਬਹੁਤੇ ਜ਼ਿਆਦੇ ਜਿਹੜੇ ਦੁੱਖ ਨੇ ਇਹ ਜੀਵ ਨੇ ਮਨੁੱਖ ਨੇ ਆਪਦੀ ਮੂਰਖਤਾ ਕਰਕੇ ਜਿਹੜੀ ਸੋਚ ਜਿਹੜੀ એનર્ਜੀ ਪਾਰ ਬ੍ਰਹਮ ਪਰਮੇਸ਼ਰ ਨੇ ਇਹਨੂੰ ਦਿੱਤੀ ਸੀ ਨਾ, ਇਸਨੇ ਵੇਸਟ ਕੀਤੀ ਹੈ, ਇਸਨੇ ਅਜ਼ਾਈ ਗਵਾ ਦਿੱਤੀ ਹੈ। ਜੇ ਗੱਲ ਸਮਝ ਵਿੱਚ ਮੇਰੇ ਸਤਿਗੁਰੂ ਜੀ ਦੀ ਇਹ ਪੈ ਜਾਵੇ ਕਿ ਮੇਰਾ ਗੁਰੂ ਦਿਆਲੂ ਹੈ, ਕਿਰਪਾਲੂ ਹੈ, ਮੇਰੇ ਜੀਵਨ ਨੂੰ ਸ਼ਾਂਤੀ ਦੇਣ ਵਾਲਾ ਹੈ, ਮੇਰੇ ਦੁੱਖ ਕੱਟਣ ਵਾਲਾ ਹੈ, ਤੇ ਮਨੁੱਖ ਕਦੇ ਪਾਰ ਬ੍ਰਹਮ ਪਰਮੇਸ਼ਰ ਨਾਲੋਂ ਦੂਰੀ ਨਾ ਬਣਾਉਂਦਾ, ਸੱਚ ਨਾਲੋਂ ਟੁੱਟਦਾ ਨਹੀਂ। ਇਸ ਮਨੁੱਖ ਨੂੰ ਸਾਰੀ ਜ਼ਿੰਦਗੀ ਝੂਠ ਮਾਰਨ ਦੀ ਕੋਈ ਲੋੜ ਨਹੀਂ ਸੀ, ਹੇਰਾ ਫੇਰੀ ਕਰਨ ਦੀ ਕੋਈ ਲੋੜ ਨਹੀਂ ਸੀ। ਇਹਨੇ ਜਾਣ ਬੁੱਝ ਕੇ ਜੀਵਨ ਨੂੰ ਆਪਣੇ ਨੂੰ ਖੁਦ ਆਪ ਚੋਰ ਬਣਾਇਆ, ਦੂਸਰੇ ਨੂੰ ਭੁਲੇਖਾ ਦੇ ਕੇ ਉਸ ਦੀ ਜ਼ਿੰਦਗੀ ਨੂੰ ਖਤਮ ਕਰਨ ਵਾਸਤੇ ਸਾਡੇ ਸਮਾਜ ਵਿੱਚ ਉੱਥੇ ਅਸੀਂ ਖੁਦ ਵੀ ਹੋ ਸਕਦੇ ਹਾਂ। ਅਸੀਂ ਵੀ ਜ਼ਿੰਦਗੀ 'ਚ ਕਿਸੇ ਨਾਲ ਧੋਖਾ ਜ਼ਰੂਰ ਕੀਤਾ ਹੋਵੇਗਾ। ਸੋ ਦਰ ਕੈਸੇ ਛੁੱਡੀਏ ਜੋ ਦਰ ਐਸਾ ਹੋਵੇ, ਐਸਾ ਕਿਹੜਾ ਦਰ ਹੈ? ਉਹ ਇਹੀ ਹੈ ਜਿੱਥੇ ਆਪ ਸੰਗਤ ਦੇ ਰੂਪ ਵਿੱਚ ਗੁਰੂ ਚਰਨਾਂ ਵਿੱਚ ਵਿਰਾਜੇ ਹੋ ਕੇ ਇਹਨਾਂ ਗੱਲਾਂ ਦੇ, ਇਹਨਾਂ ਕੰਮਾਂ ਦੇ, ਇਹਨਾਂ ਵਿਚਾਰਾਂ ਦੇ ਸਤਿਗੁਰੂ ਜੀ ਦੀ ਸੰਗਤ ਵਿੱਚ ਆਣ ਕੇ ਖੁਲਾਸੇ ਹੁੰਦੇ ਨੇ। ਮਨੁੱਖ ਆਪਣੇ ਆਪ ਨੂੰ ਸੋਚਣ ਵਾਸਤੇ ਮਜਬੂਰ ਹੁੰਦਾ ਹੈ ਕਿ ਇਹ ਕਿਤੇ ਦਿੱਲੀ ਦੇ ਤਖਤ ਵੱਲ ਕੱਲੇ ਆਲਣੀ ਗੱਲ ਜਾਂਦੀ ਹੈ, ਮੇਰੇ ਜੀਵਨ ਤਲ ਤੋਂ ਗੱਲ ਸ਼ੁਰੂ ਹੁੰਦੀ ਹੈ। ਕੁਛ ਉਹ ਟੁੱਟੇ ਹੋਏ ਲੋਕਾਂ ਦੇ ਵਾਂਗੂ ਮੈਂ ਵੀ ਕਈਆਂ ਨੂੰ ਉਹ ਲੱਤ ਮਾਰੀ ਹੈ, ਜੁੜਿਆਂ ਨੂੰ, ਕਿਰਤੀ ਲੋਕਾਂ ਨੂੰ, ਸੱਚ ਬੋਲਣ ਵਾਲਿਆਂ ਨੂੰ, ਜਿਹੜੀ ਲੱਤ ਕਦੇ ਕਾਬੇ ਦੀ ਧਰਤੀ ਤੇ ਜੀਵਨ ਨਾਮ ਦੇ ਕਾਜ਼ੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਰ ਦਿੱਤੀ ਸੀ। ਜੁੜੇ ਹੋਏ ਆਰਾਮ ਕਰਦੇ ਨੂੰ ਕੋਈ ਲੱਤ ਮਾਰਦਾ ਹੈ। ਜੇ ਕਿਸੇ ਦੇ ਵੱਜੀ ਹੈ, ਜੇ ਕਿਸੇ ਨੂੰ ਉਕਸਾਇਆ ਗਿਆ ਤੇ ਉਸ ਲੱਤ ਦੀ, ਉਸ ਸੱਟ ਦੀ ਦਰਦ ਉਹ ਜਾਣਦਾ ਹੈ, ਜਿਹਦੇ ਵੱਜੀ ਨਹੀਂ ਉਹਨੂੰ ਨਹੀਂ ਪਤਾ। ਇਸ ਵੱਜੀ ਹੋਈ ਸੱਟ ਦਾ ਗਿਆਨ, ਉਸ ਗਿਆਨ ਵਿੱਚੋਂ ਨਿਕਲਿਆ ਧਿਆਨ ਸਾਡੀ ਜ਼ਿੰਦਗੀ 'ਚ ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ। ਮੈਨੂੰ ਹੁਣ ਪਤਾ ਲੱਗਿਆ ਮੈਂ ਕੀਤੇ ਹੋਏ ਗੁਨਾਹਾਂ ਹੈ ਪ੍ਰਭੂ ਜੀ ਤੇਰੇ ਦਰ ਤੇ ਆਣ ਕੇ ਪਰਵਾਰਦਾ ਹੈ। ਮੈਂ ਵੀ ਕਿਤੇ ਦੋਸ਼ੀ ਹਾਂ, ਮੈਂ ਵੀ ਕਿਸੇ ਦੇ ਮਨ ਨੂੰ ਦੁਖੀ ਕੀਤਾ ਹੈ, ਮੈਂ ਵੀ ਧੋਖਾ ਦੇ ਕੇ ਆਪਣੇ ਪੇਟ ਦੀ ਪੂਰਤੀ ਵਾਸਤੇ ਕੁਛ ਐਸੇ ਕਰਮ ਕੀਤੇ ਨੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਿਆਣ ਲਟਾਵੇ। ਇਹ ਕੰਮ ਕੈਸੇ ਛੁੱਟ ਗਈ, ਕਿਸ ਤਰ੍ਹਾਂ ਛੱਡ ਸਕਦੇ ਹਾਂ? ਇੱਥੇ ਆ ਗਏ ਬੰਦੇ ਖੋਜ ਦਿਲ ਹਰ ਰੋਜ਼ ਖੁੱਲੇਗਾ, ਸੰਗਤ ਵਿੱਚ ਆਇਆ ਕਰ, ਪ੍ਰਭੂ ਭਗਤੀ ਵਿੱਚ ਜੁੜਿਆ ਕਰ, ਆਪਣੇ ਆਪ ਦੇ ਜੀਵਨ ਨੂੰ ਖੁਦ ਰੋਜ਼ ਖੋਜਿਆ ਕਰ, ਸਵੇਰੇ ਖੋਜਿਆ ਕਰ, ਸ਼ਾਮ ਨੂੰ ਖੋਜਿਆ ਕਰ, ਗੁਰਮੁਖਾਂ ਅੱਗੇ ਵਚਨ ਕਰਿਆ ਕਰ, ਗੁਰਮੁਖਾਂ ਦੀ ਸੰਗਤ ਵਿੱਚ ਆਇਆ ਕਰ। ਸਹਿਜੇ ਸਹਿਜੇ ਪ੍ਰਭੂ ਭਗਤੀ ਵਿੱਚ ਜੁੜ ਜਾਵੇਂਗਾ। ਤੇਰੀ ਬਾਹਾਂ ਜਿਹੜੀ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਪਕੜੇਗਾ। ਜਦੋਂ ਜੀਵਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਚੱਲੇਗਾ ਤੇ ਉਸ ਸਿਮਰਨ ਦੇ ਬਾਬਤ ਤੇਰੇ ਜੀਵਨ ਵਿੱਚ ਰੱਬ ਦੀ ਯਾਦ ਟਿਕ ਜਾਵੇਗੀ। ਰਾਖਣ ਹਾਰੈ ਰਾਖਿਆ ਆਪਣੀ ਕਰ ਮੈਆ। ਹੁਣ ਮੈਨੂੰ ਆਪਣੇ ਦੁੱਖਾਂ ਦਾ ਇਲਾਜ ਕਰਨ ਦਾ ਤਰੀਕਾ ਆ ਗਿਆ। ਮੈਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ, ਮੈਨੂੰ ਸਮਝ ਪੈ ਗਈ ਹੈ। ਹੁਣ ਜਿਹੜਿਆਂ ਕਾਰਨਾਂ ਕਰਕੇ ਮੈਂ ਦੁਖੀ ਸਾਂ ਉਹ ਕਾਰਨ ਕਰਮ ਕਰਨੇ ਛੱਡ ਦਿੱਤੇ। ਕਾਰਨ ਕਾਰਕ ਨਾਮ ਕਰਤਾ ਕੁਦਰਤ ਬਣਾਈ ਹੋਈ ਉਸ ਰੱਬ ਦੀ ਮੇਰੀ ਸਮਝ ਵਿੱਚ ਆ ਗਈ ਹੈ। ਹੁਣ ਉਹਨੇ ਮੈਨੂੰ ਰੱਖ ਲਿਆ ਹੈ, ਆਪਣੀ ਮਿਹਰ ਕਰਕੇ, ਆਪਣੀ ਰਹਿਮਤ ਕਰਕੇ ਮੈਨੂੰ ਰੱਖ ਲਿਆ ਹੈ। ਮੈਂ ਹੁਣ ਆਪਣੇ ਜੀਵਨ ਨੂੰ ਆਪ ਖੋਜਦਾ ਹੈ। ਮੇਰੇ ਜੀਵਨ ਨੂੰ ਹੁਣ ਵਾਹਿਗੁਰੂ ਦਾ ਸਿਮਰਨ ਚੰਗਾ ਲੱਗਦਾ ਹੈ। ਮੈਨੂੰ ਸਤ ਸੰਗੀ ਚੰਗੇ ਲੱਗਦੇ ਨੇ। ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ ਹੈ। ਮੇਰੀ ਕੀਤੀ ਹੋਈ ਮਿਹਨਤ, ਮੇਰੇ ਲਏ ਹੋਏ ਤਰਲੇ ਸਤਿਗੁਰੂ ਨੇ ਮੈਨੂੰ ਜ਼ਿੰਦਗੀ ਦਾ ਰਸਤਾ
ਦੱਸ ਦਿੱਤਾ ਹੈ ਉਹਨਾਂ ਦੇ ਬਾਬਤ ਮੈਂ ਹੁਣ ਗੁਰੂ ਦੀ ਬੰਦਗੀ ਨਾਲ ਜੁੜ ਗਿਆ। ਸਤਿਗੁਰੂ ਕਿਰਪਾ ਕਰਨ ਅਸੀਂ ਜੁੜ ਗਏ, ਆਪਣੇ ਜੀਵਨ ਦੀ ਡਾਇਰੈਕਸ਼ਨ ਗੁਰੂ ਤੋਂ ਪੁੱਛ ਲਈਏ, ਗੁਰੂ ਦੇ ਰਾਹ ਤੇ ਚੱਲ ਪਈਏ, ਗੁਰੂ ਤੋਂ ਗੁਰੂ ਵਰਗੀ ਗੁਣ ਮੰਗ ਕੇ ਪ੍ਰਭੂ ਭਗਤੀ ਵਿੱਚ ਜੁੜ ਜਾਈਏ। ਅਸੀਂ ਇਸ ਸੋਹਣੇ ਜੀਵਨ ਨੂੰ ਸੋਹਣੇ ਰੱਬ ਦੇ ਨਾਲ ਜੋੜ ਕੇ ਰੱਬ ਦੀ ਇਬਾਦਤ ਜੀਵਨ ਵਿੱਚ ਧਾਰਨ ਕਰ ਲਈਏ। ਇੰਨੀਆਂ ਕੁ ਬੇਨਤੀਆਂ ਹਾਜ਼ਰੀ ਦੇ ਰੂਪ ਵਿੱਚ ਪ੍ਰਵਾਨ ਕਰਿਓ। ਬੇਅੰਤ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਪ੍ਰਸਾਦ ਨ ਭਇਆ ਮੇਰੀ ਮਾਇਆ।